अस्सलाम वालेकुम, मैं हाँ साकिब मुश्ताक। तुसी वेख रहे हो साकिब की दुनिया A232। ਅਸੀਂ ਅੱਜ ਇੱਕ ਵਾਰ ਫਿਰ ਭਾਈ ਅਰਸ਼ਦ ਕੋਲ ਆਏ ਆ। ਇਹਨਾਂ ਨੇ ਸਰੋਂ ਬਿਲਕੁਲ ਪੱਕੀ ਹੋਈ ਆ ਤੇ ਮੈਨੂੰ ਲੱਗਦਾ ਇਹਨਾਂ ਨੇ ਸਰੋਂ ਨੂੰ ਪਾਣੀ ਲਾਇਆ ਆ। ਭਾਈ ਅਰਸ਼ਦ ਹੁਣਾਂ ਨਾਲ ਗੱਲ ਕਰਦੇ ਆ ਤੇ ਇਹਨਾਂ ਨੂੰ ਪੁੱਛਾਂਗੇ ਕਿ ਸਰੋਂ ਤੇ ਬਿਲਕੁਲ ਪੱਕੀ ਹੋਈ ਹੈ, ਤੁਸੀਂ ਇਹਨੂੰ ਪਾਣੀ ਲਾਇਆ, ਲੋਕ ਇਹਨੂੰ ਵੱਢ ਰਹੇ ਆ, ਕੱਢ ਰਹੇ ਆ, ਇਹਦੀ ਕੀ ਵਜ੍ਹਾ, ਕੀ ਰੀਜ਼ਨ ਹੈ। ਆਓ ਜੀ ਹੁਣ ਭਾਈ ਅਰਸ਼ਦ ਕੋ ਜਾਂਦੇ ਆ ਤੇ ਨਾਲ ਇਹਨਾਂ ਦੇ ਸ਼ਬਾਜ਼ ਭਾਈ ਖੜੇ ਆ। अस्सलाम वालेकुम जी। वालेकुम अस्सलाम। की हाल चाल है भाई अरशद? ना फर्क है माशाल्लाह जी। और तबीयत ठीक जे? अल्हम्दुलिल्लाह। शबाज भाई ਤੁਹਾਡਾ ਕੀ ਹਾਲ ਆ? ठीक है जी, रहमत अल्लाह। माशाल्लाह जी। ਅੱਜ ਦੋਵੇਂ ਜ਼ਿਮੀਂਦਾਰ ਤੇ ਤਗੜੇ ਜ਼ਿਮੀਂਦਾਰ ਦੋਵੇਂ ਇਕੱਠੇ ਖੜੇ ਨੇ ਤੇ ਇਹਨਾਂ ਕੋ ਮਫੀਦ ਮਸ਼ਵਰੇ ਵੀ ਲਾਂਗੇ ਤੇ ਸਰੋਂ ਦੇ ਬਾਰੇ ਵੀ ਇਹਨਾਂ ਨੂੰ ਪੁੱਛਨੇ ਆ। ਹਾਂਜੀ ਭਾਈ ਅਰਸ਼ਦ, ਮੈਂ ਉਹ ਲੰਘ ਰਿਹਾ ਸੀ, ਵੇਖਿਆ ਕਿ ਤੁਸੀਂ ਨਾ ਪਾਣੀ ਲਾ ਰਿਹਾ। ਮੈਂ ਵੇਖਿਆ ਕਣਕ ਨੂੰ ਪਾਣੀ ਲਾਇਆ ਜਾਂ ਸਰੋਂ ਤੇ ਤੁਸੀਂ ਤਾਂ ਸਰੋਂ ਭਰ ਰਹੇ ਹੋ, ਇਹਦੀ ਕੀ ਵਜ੍ਹਾ ਹੈ? ਇਹ ਤੇ ਵੱਢਣ ਦੇ ਤਕਰੀਬਨ ਲਾਗੇ ਨਹੀਂ ਆਈ ਹੋਈ। हाँ सरों बस एक दो दिन की कसर आ ते वढनी सी, हाँ जी। लेकिन पानी इनू लाता है। अच्छा। लोग वढ रहे ने, असां पानी ला रहे हैं। अच्छा जी। ਇਹਦੀ ਸਾਨੂੰ वजह है ਹਾਂਜੀ कि नहर ਦੇ ਪਾਣੀ ਦੀ ਉਮੀਦ ਨਹੀਂ। ਇਹਨੂੰ ਦੋ ਤਿੰਨ ਦਿਨ ਤੋਂ ਬਾਅਦ ਇਹਦੇ ਚ ਪੈਰ ਰੱਖਣ ਲਈ ਜ਼ਮੀਨ ਖੁਸ਼ਕ ਹੋ ਜਾਏਗੀ ਥੋੜੀ ਜੀ। ਉਸ ਤੋਂ ਬਾਅਦ ਇਹਨੂੰ ਵੱਢ ਕੇ ਇਥੋਂ ਕੱਢ ਲਾਂਗੇ। ਅਸਾਂ ਇੱਥੇ ਲਾਉਣਾ ਕਮਾਦ। ਅੱਛਾ ਅੱਛਾ, ਜਿਹਦੀ ਸਹੀ ਵਜ੍ਹਾ ਹੈ। ਤੋਂ ਇਹ ਭਰਨ ਦੇ ਆ ਤਾਂ ਕਿ ਇਹਦੇ ਵਾਹਣ ਸੋਹਣੇ ਬਣ ਜਾਣ, ਸੁਥਰੇ ਕਰਕੇ ਇਹਨੂੰ ਵਾਹਿਆ ਜਾਵੇ। ਅੱਛਾ ਭਾਈ, ਇਹ ਫਿਰ ਜਦੋਂ ਵੱਢਣਗੇ ਉਦੋਂ ਮੁਸ਼ਕਲ ਪੇਸ਼ ਤੇ ਨਹੀਂ ਆਏਗੀ? ਨਹੀਂ, ਕੋਈ ਮੁਸ਼ਕਿਲ ਪੇਸ਼ ਨਹੀਂ। ਅੱਛਾ ਭਾਈ, ਇਹ ਹੱਥ ਨਾਲ ਵਢਾਈ ਕਟਾਈ ਕਰਦੇ ਹੋ ਜਾਂ ਮਸ਼ੀਨ ਨਾਲ? ਨਹੀਂ, ਇੱਥੇ ਹੱਥ ਨਾਲ ਹੀ ਕਟਾਈ ਕਰਦੇ। ਕਿਹੜੇ ਇੱਥੇ ਕੋਈ ਬਹੁਤ ਵੱਡੇ ਰਕਬੇ ਚ ਵਸੀਹ ਚ ਹੈ ਜਿਹੜਾ। ਕਿੰਨੇ ਏਕੜ ਨੇ ਆਪਣੇ? ਇਹ 2 ਏਕੜ ਨੇ ਆਪਣੇ ਕੋਲ। ਇਹ ਕਿਹੜਾ ਬੀਜ ਬੀਜਿਆ ਹੋਇਆ ਜੇ? ਯਾਰ ਇਹ ਮੈਨੂੰ ਇੱਕ ਦੋਸਤ ਨੇ ਦਿੱਤਾ, ਆਂਦਾ ਸੀ ਮੈਂ ਬੜੇ ਅਰਸੇ ਦਾ ਪਨੀਰ, ਇੰਡੀਆ ਦਾ ਪਨੀਰ ਬੀਜ ਆ ਉਹ ਸੰਭਾਲਿਆ। ਅੱਛਾ। ਹੁਣ ਵੱਲਾ ਆਲਮ ਇਹ ਕੀ ਹੈ, ਬਹਰਾਲ ਅੱਛਾ ਲੱਗਦਾ। ਨਹੀਂ, ਇਹ ਜਾਨੀ ਖਾਣ ਦੇ ਕੰਮ ਆਏਗੀ ਜਾਂ ਤੇਲ ਦੇ ਕੰਮ ਹੀ ਆਏਗੀ? ਹਾਈਓਲਾ ਹੁੰਦੀ ਆ ਹੋਰ। ਅੱਛਾ। ਤੇ ਇਹ ਆ ਤੇਲ ਦੇ ਕੰਮ ਹੀ ਆਏਗੀ। ਸਮੋਸੇ ਪਕੌੜੇ ਚ ਨਿਕਲ ਸਕਦੇ ਆ? ਬਿਲਕੁਲ ਨਿਕਲ ਸਕਦੀ। ਅੱਛਾ ਅੱਛਾ, ਚਲੋ ਜੀ ਹੁਣ ਨਾਲ ਭਾਈ ਸ਼ਬਾਜ਼ ਖਲੋਤੇ, ਇਹਨਾਂ ਕੋ ਮਸ਼ਵਰਾ ਲੈਣੇ ਆ। ਹਾਂਜੀ ਸ਼ਬਾਜ਼ ਭਾਈ, ਇਹ ਪਾਣੀ ਲਾ ਰਹੇ ਆ, ਠੀਕ ਕੰਮ ਕਰ ਰਹੇ ਜਾਂ ਨਹੀਂ? ਹਾਂਜੀ ਹਾਂਜੀ, ਇਹ ਜੀ ਪਾਣੀ ਲੱਗ ਗਿਆ ਨਾ ਤੇ 3-4 ਦਿਨ ਬਾਅਦ ਜ਼ਮੀਨ ਥੋੜੀ ਜਿਹੀ ਖੁਸ਼ਕ ਹੋ ਜਾਏਗੀ। ਮੈਨੂੰ ਨਹੀਂ ਲੱਗਦਾ 3-4 ਦਿਨਾਂ ਬਾਅਦ ਹੋਏਗੀ, ਕਿਉਂਕਿ ਪੱਕੀ ਜ਼ਮੀਨ ਹੈ। ਹੋਏਗੀ। ਅੱਛਾ। ਇਹਨੂੰ ਕੱਢ ਕੇ ਤੇ ਇਹਨੂੰ ਕੱਢ ਲੈਣਾ। ਅੱਛਾ। ਕੱਢ ਕੇ ਪੈਲੀ ਨਰਮ ਹੋਈ ਹੋਏਗੀ, ਇਸੇ ਬੱਤਰ ਦੇ ਵਿੱਚ ਪੈਲੀ ਵਾਹ ਬਣਾ ਕੇ ਸਵਾਰ ਕੇ ਆਪਣਾ ਕਮਾਦ ਲਾ ਸਕਦੇ ਨੇ। ਮੇਰਾ ਮਿਸ਼ਨ ਹੈ ਕਿ ਹੁਣ ਰਮਜ਼ਾਨ ਚੱਲ ਰਿਹਾ ਤੇ ਈਦੋਂ ਪਹਿਲੇ ਇੱਥੇ ਕਮਾਦ ਲੱਗ ਜੇ। ਮਾਸ਼ਾਅੱਲਾ ਜੀ। ਜਿਹੜੀ ਵਜ੍ਹਾ ਤੋਂ ਇਹ ਮੈਂ ਖਰਚਾ ਕਰਕੇ ਜਿਹੜਾ ਟਿਊਬਲਾਂ ਨਾਲ ਜ਼ਮੀਨ ਨੂੰ ਤਾਰ ਕਰ ਰਿਹਾ। ਅੱਛਾ ਭਾਈ ਅਰਸ਼ਦ, ਮੈਂ ਵੇਖ ਰਿਹਾ ਮਾਸ਼ਾਅੱਲਾ ਤੁਹਾਡੀ ਸਰੋਂ ਦਾ ਕੱਦ ਵੀ ਸੋਹਣਾ ਤੇ ਮਾਸ਼ਾਅੱਲਾ ਫਲ ਵੀ ਬਹੁਤ ਜ਼ਿਆਦਾ ਲੱਗਾ ਹੋਇਆ। ਹਾਂਜੀ ਭਾਈ, ਅਸਾਂ ਕਿਹੜੇ ਘੱਟ, ਸਾਡਾ ਵੀ ਕੱਦ ਠੀਕ ਹੈ ਮਾਸ਼ਾਅੱਲਾ। ਅੱਛਾ, ਤੁਹਾਡੇ ਕੱਦ ਜਿੰਨੀ ਤੇ ਉਹ ਵੀ ਹੈਗੀ ਏ। ਪੁੱਛਣ ਦਾ ਮਕਸਦ ਇਹ ਹੈ ਕਿ ਇਹਨੂੰ ਕਿਹੜੀ ਸਪਰੇਅ ਜਾਂ ਖਾਦ ਪਾਈ ਜੇ? ਕੋਈ ਸਪਰੇਅ ਨਹੀਂ ਕੀਤੀ। ਪਾਣੀ ਲਾਇਆ 2। ਅੱਛਾ, ਇਹ ਦੂਸਰਾ ਪਾਣੀ ਅੱਜ ਆ ਜਾਂ ਤੀਸਰਾ ਲੱਗਣ ਦੇ? ਤੇ ਵੈਸੇ ਆਪਣੀ ਮਰਜ਼ੀ ਨਾਲ ਲਾਇਆ 2 ਪਾਣੀ ਨੇ ਸਰੋਂ ਪੱਕੀ। ਵੈਸੇ ਜ਼ਰੂਰਤ ਨਹੀਂ ਅਜੇ ਹੈ। ਖਾਦ ਜਿਹੜੀ ਆ ਫਾਸਫੋਰਸ ਜ਼ਿਆਦਾ ਦਿੱਤੀ ਸੀ। ਅੱਛਾ। ਹਾਂ, ਜਿਹਨੂੰ DAP ਕਹਿ ਸਕਦੇ ਆ। DAP ਬੋਰੀ ਥੱਲੇ ਪਾਈ ਸੀ ਜਦੋਂ ਬੀਜੀ ਆ, ਉਸ ਤੋਂ ਬਾਅਦ ਇੱਕ ਬੋਰੀ ਨਾਈਟ੍ਰੋਫਾਸ ਪਾਈ ਸੀ। ਅੱਛਾ ਭਾਈ ਅਰਸ਼ਦ, ਤੁਹਾਡਾ ਨਰਮੇ ਦਾ ਵੀ ਗਿਲਾ ਸੀ, ਗੰਦਮ ਦਾ ਵੀ ਗਿਲਾ ਸੀ ਗਵਰਨਮੈਂਟ ਦਾ, ਤੇ ਇਹਦਾ ਰੇਟ ਕਿਸ ਤਰ੍ਹਾਂ ਦਾ? ਦੇਖੋ ਜੀ, ਰੇਟ ਨੂੰ ਫਸਲ ਆਈ ਹੈ 8000 ਤੋਂ ਵੀ ਤਾਂ ਰਹੀ ਆ। ਅੱਛਾ। ਲੇਕਿਨ ਜਦੋਂ ਹੁਣ ਫਸਲ ਆਈ ਹੈ ਤੇ ਉਹੀ 6200 6300 6000 5700 5500 ਇੱਥੇ ਰੇਟ ਚੱਲ। ਪਿਛਲੇ ਸਾਲ ਵੀ ਇੰਨਾ ਹੀ ਸੀ ਯਾਰ? ਇਲਮ ਨਹੀਂ, ਪਿਛਲੇ ਸਾਲ ਆਪਾਂ ਸਰੋਂ ਬੀਜੀ ਨਹੀਂ, ਲੇਕਿਨ ਅੰਦਾਜ਼ਾ ਵੀ ਇੰਨਾ ਹੀ। ਨਹੀਂ, ਅਗਰ ਇੰਨਾ ਹੀ ਰਵੇ 6000 ਫਿਰ ਆਪਣੇ ਪੈਸੇ ਪੂਰੇ ਹੋ ਜਾਂਦੇ, ਕੋਈ ਬਚਤ ਹੋ ਜਾਏਗੀ। ਪੂਰੇ ਹੋ ਜਾਂਦੇ, ਲੇਕਿਨ ਜਿਹੜੇ ਫਸਲਾਂ ਦੇ ਅਖਰਾਜਾਤ ਨੇ ਨਾ, ਉਹਦੇ ਮੁਤਾਬਕ ਰੇਟ ਥੋੜਾ। ਅੱਛਾ। ਕਿਉਂ? ਜਦੋਂ ਮਾਰਕੀਟ 'ਚ ਫਸਲ ਆਉਂਦੀ ਆ ਉਹਦਾ ਰੇਟ ਕਮ, ਜਦੋਂ ਫਸਲ ਸਟਾਕੀਏ ਕੋ ਚੱਲ ਜਾਂਦੀ ਉਦੋਂ ਰੇਟ ਜ਼ਿਆਦਾ। ਅੱਛਾ ਭਾਈ, ਇਹ ਵੀ ਦੱਸੋ ਵੀ ਇਹ ਕਿੰਨਾ ਵੀ ਇੱਕ ਏਕੜ 'ਚ ਪੈਂਦਾ ਹੈ? ਇਹ ਤਕਰੀਬਨ 1.5 ਤੋਂ 2 ਕਿਲੋ ਪਾਉਂਦੇ ਨੇ ਲੋਕ। ਉਹ ਕਿੰਨੇ ਰੁਪਈਆਂ ਦਾ ਆਇਆ ਸੀ? ਨਹੀਂ, ਉਹ ਏਡਾ ਮਹਿੰਗਾ ਬੀਜ ਨਹੀਂ ਹੁੰਦਾ ਸਰੋਂ ਦਾ। ਹਾਂ, ਤਕਰੀਬਨ 1000 ਰੁਪਏ ਦਾ। 1000 ਰੁਪਏ 2 ਕਿਲੋ 1000 ਦਾ। ਹਾਂ ਚਲੋ ਜੀ। 2। ਅੱਛਾ, ਇੱਕ ਏਕੜ ਚੋਂ ਅੰਦਾਜ਼ਨ ਕਿੰਨੇ ਮਣ ਸਰੋਂ ਨਿਕਲ ਆਉਂਦੀ ਹੈ? ਯਾਰ ਇਹ ਲੱਗੀ ਫਬੀ ਦੀ ਗੱਲ ਆ, ਵੈਸੇ ਮੈਨੂੰ ਉਮੀਦ ਜਿਹੜੀ ਮੇਰੀ ਸਰੋਂ ਦੀ 20 ਮਣ ਦੇ ਲਗਭਗ ਨਿਕਲਣੀ ਚਾਹੀਦੀ। ਅੱਛਾ ਅੱਛਾ, ਮਾਸ਼ਾਅੱਲਾ ਜੀ। ਇਹ ਫਿਰ ਥ੍ਰੈਸ਼ਰ ਨਾਲ ਕੱਢਦੇ ਹੋ ਜਾਂ ਕੁੱਟ ਕੇ ਇਹਨੂੰ? ਨਹੀਂ, ਕੁੱਟਣ ਵਾਲਾ ਤਾਂ ਦੌਰ ਹੀ ਗਿਆ ਭਾਈ ਜੀ, ਹੁਣ ਤੇ ਕਿਸੇ ਬੰਦੇ ਨੂੰ ਵੀ ਹੱਥ ਲਾ ਲਓ ਪਰਚਾ ਹੋ ਜਾਂਦਾ। ਅੱਛਾ, ਸਰੋਂ ਕੁਝ ਨਹੀਂ ਤੁਹਾਨੂੰ ਕਹਿੰਦੀ? ਸਰੋਂ ਨਹੀਂ ਜੀ, ਨਹੀਂ, ਇਹ ਵੀ ਹੋ ਸਕਦਾ। ਅੱਛਾ ਅੱਛਾ,
ਇਹ ਥ੍ਰੈਸ਼ਰ ਨਾਲ ਹੀ ਵਕਤ ਚੱਲਣ ਦੇ ਇੱਥੇ ਨਾ ਮੁਮਕਿਨ ਨੂੰ ਮੁਮਕਿਨ ਬਣਾਈ ਜਾਂਦੇ ਨੇ। ਇਸ ਵਜ੍ਹਾ ਤੋਂ ਥ੍ਰੈਸ਼ਰਾਂ ਦਾ ਦੌਰ ਆ, ਥ੍ਰੈਸ਼ਰ ਨੇ ਕਰਨਾ। ਠੀਕ। ਅਰਸ਼ਦ, ਅਗਰ ਅੱਲਾ ਨਾ ਕਰੇ ਇਸ ਵਕਤ ਬਾਰਿਸ਼ ਹੋ ਜਾਂਦੀ ਹੈ ਮਾਸ਼ਾਅੱਲਾ ਸਰੋਂ ਬਿਲਕੁਲ ਪੱਕੀ ਹੈ ਗਾਲਮਨ ਕਿ ਹੈ ਕੁਝ ਦੇਣਾ ਜੇ? ਨਹੀਂ ਬਸ ਇੱਕ ਦੋ ਦਿਨ ਪੱਕੀ। ਹਾਂਜੀ। ਹੁਣ ਨਹੀਂ ਕੱਟੀ ਜਾਏ ਕੀ ਇਹਨੂੰ ਨੁਕਸਾਨ ਹੋਏਗਾ ਜਾਂ ਨਹੀਂ? ਬਾਰਿਸ਼ ਦੀ ਵਜ੍ਹਾ ਤੋਂ ਕੀ ਨੁਕਸਾਨ ਹੋਣਾ? ਕੋਈ ਇਹਦੀ ਫਲੀ ਨੂੰ ਕੋਈ ਨੁਕਸਾਨ? ਤਿਆਰ ਹੋ ਗਈ ਹੈ, ਥੋੜੀ ਗਿੱਲੀ ਹੋ ਜਾਏਗੀ ਬਸ। ਜੇ ਢੇਰੀ ਲੱਗੀ ਹੈ ਤਾਂ ਥੋੜੀ ਜਿਹੀ ਲੇਟ ਨਿਕਲੇਗੀ। ਅੱਛਾ, ਬਸ ਹੋਰ ਕੋਈ ਮਸਲਾ ਗਿੱਲੇ ਹੋਣ ਵਾਲਾ ਨੂੰ ਕੋਈ ਨੁਕਸਾਨ ਨਹੀਂ, ਕਿਉਂਕਿ ਜਦੋਂ ਕੱਢਣੀ ਹੈ ਥ੍ਰੈਸ਼ਰ ਤੋਂ ਹੋਣੀ ਹੈ ਨਾ, ਉਦੋਂ ਤਾਂ ਖੁਸ਼ਕ ਹੋਏਗੀ ਤੇ ਥ੍ਰੈਸ਼ਰ ਕੱਢੇਗੀ। ਸਹੀ ਗੱਲ ਹੈ। ਅੱਛਾ ਭਾਈ ਅਰਸ਼ਦ, ਵੇਖਣ ਤੇ ਸੁਣਨ ਵਾਲਿਆਂ ਨੂੰ ਕੀ ਪੈਗਾਮ ਹੈ? ਤਹਿਸੀਲ ਚਿਸ਼ਤੀਆਂ, ਜ਼ਿਲ੍ਹਾ ਭਾਵਨਗਰ, ਚੱਕ ਨੰਬਰ 110 ਫਤਿਹ, ਇੱਧਰ ਸਰੋਂ ਦੀ ਕਾਸ਼ਤ ਠੀਕ ਹੁੰਦੀ ਹੈ? ਤੁਸੀਂ ਪਹਿਲੀ ਦਫਾ ਬੀਜੀ ਹੈ ਆਪਣੇ ਇਸ ਚੱਕ ਜਾਂ ਆਪਣੇ ਲਾਗੇ ਕਰੀਬੀ ਚੱਕਾਂ ਦੇ ਵਿੱਚ? ਹਾਂਜੀ, ਪਹਿਲੀ ਦਫਾ ਸਰੋਂ ਜਿਹੜੀ ਗੰਦਮ ਦਾ ਰੇਟ ਮੁਤਾਸਰ ਹੋਣ ਦੀ ਵਜ੍ਹਾ ਤੋਂ ਜ਼ਿਆਦਾ ਕਾਸ਼ਤ ਹੋਈ। ਅੱਛਾ ਸਹੀ। ਤੇ ਲੋਕ ਟੋਟਲੀ ਗੰਦਮ, ਮੈਂ ਅੱਜ ਤੱਕ ਮੈਨੂੰ ਖਰੇ ਕੋ ਉਮਰ ਹੀ ਹੋ ਚੱਲੀ ਆ, ਮੈਂ ਕਦੀ ਸਰੋਂ ਬੀਜੀ ਨਹੀਂ ਸੀ। ਅੱਛਾ। ਤੇ 2 ਏਕੜ ਸਿਰਫ ਇਸ ਤੋਂ ਬੀਜੇ ਵੀ ਇਹ ਟਾਈਮ ਨਾਲ ਚੁੱਕੀ ਜਾਏਗੀ, ਇੱਥੇ ਕਮਾਦ ਲਾਉਣਾ। ਤੇ ਇਹਦੀ ਵਜ੍ਹਾ ਤੋਂ ਇਹ ਮਸਲਾ ਬਣਿਆ ਸਾਰਾ। ਠੀਕ ਹੋ ਗਿਆ। ਗੰਦਮ ਦਾ ਰੇਟ ਨਹੀਂ ਸਹੀ ਪਿਛਲੇ ਸਾਲਾਂ 'ਚ ਜ਼ਿਮੀਂਦਾਰ ਨੂੰ ਮਿਲਿਆ, ਜਿਹਦੀ ਵਜ੍ਹਾ ਤੋਂ ਹਰ ਜ਼ਿਮੀਂਦਾਰ ਦੇ ਮੁਰੱਬੇ 'ਚ 2-2 3-3 ਏਕੜ ਉਹਨਾਂ ਨੇ ਸਰੋਂ ਬੀਜੀ। ਤੁਹਾਡਾ ਹੁਣ ਕੀ ਮਸ਼ਵਰਾ ਜ਼ਿਮੀਂਦਾਰਾਂ ਨੂੰ ਆਉਣ ਵਾਲੇ ਸਾਲ ਵਾਸਤੇ? ਅਗਰ ਗੰਦਮ ਦਾ ਰੇਟ ਚੰਗਾ ਹੁੰਦਾ ਹਾਂਜੀ ਤੇ ਫਿਰ ਗੰਦਮ ਬੈਸਟ ਆ। ਉਹਦੀ ਵਜ੍ਹਾ ਕਿ ਸਰੋਂ ਲੱਗੀ ਫੱਬੀ ਆ, ਅੱਲਾ ਦੀ ਕੁਦਰਤ ਆ, ਇਹਨੂੰ ਫਲ ਪੈ ਜੇ ਤੇ ਬੱਲੇ ਬੱਲੇ ਨਾ ਪਏ ਤੇ ਬੇਲ ਵੀ ਹੋ ਜਾਂਦਾ। ਅੱਛਾ। ਲੇਕਿਨ ਗੰਦਮ ਇੱਕ ਐਸੀ ਫਸਲ ਹੈ, ਜਾਂਦੀ ਵੀ 30-35 ਮਣ ਤੋਂ ਨਿਕਲ ਹੀ ਜਾਂਦਾ। ਵਾਹ ਜੀ ਵਾਹ, ਮਾਸ਼ਾਅੱਲਾ। ਸ਼ਬਾਜ਼ ਭਾਈ, ਤੁਹਾਡਾ ਕੀ ਖਿਆਲ ਹੈ? ਸਰੋਂ ਕਾਸ਼ਤ ਕਰਨੀ ਚਾਹੀਦੀ ਹੈ ਜ਼ਿਮੀਂਦਾਰਾਂ ਨੂੰ? ਸਰੋਂ ਜੀ ਜਿੱਥੇ ਪਾਣੀ ਛਾਣੀ ਠੀਕ ਆ ਉੱਥੇ ਤੇ ਕਮਾਦ, ਧਾਈ, ਮੱਕੀ, ਕਣਕ ਹੀ ਹੋਣੀ ਚਾਹੀਦੀ। ਅੱਛਾ। ਤੇ ਜਿੱਥੇ ਪਾਣੀ ਥੋੜਾ ਜਿਹਾ ਨਹੀਂ ਉੱਥੇ ਸਰੋਂ ਠੀਕ ਆ, ਇੱਕ ਪਾਣੀ ਤੇ ਪੱਕਦੀ ਆ। ਅੱਛਾ, ਵਾਹ ਜੀ ਜੇ ਲੱਗ ਜਾਵੇ ਤੇ ਕਣਕ ਨਾਲੋਂ ਦੁੱਗਣੇ ਪੈਸੇ ਦੇ ਜਾਂਦੀ ਆ। ਇਹਦੀ ਮਿਹਨਤ ਜ਼ਿਆਦਾ ਜਾਂ ਗੰਦਮ ਦੀ ਮਿਹਨਤ ਜ਼ਿਆਦਾ ਹੈ? ਗੰਦਮ ਦੀ ਨਾ ਇਹਦੀ ਮਿਹਨਤ ਕੋਈ ਨਹੀਂ, ਗੰਦਮ ਨੂੰ ਪਾਣੀ 3 ਤੋਂ 4 ਲੱਗਦੇ ਆ। ਇਹਨੂੰ ਪਾਣੀ ਸਹੀ ਟਾਈਮ ਤੇ ਪਾਣੀ ਲਾਓ ਤੇ ਇੱਕੋ ਪਾਣੀ ਤੇ ਪੱਕ ਜਾਂਦੀ ਹੈ। ਵਾਹ ਜੀ ਵਾਹ। ਸਰੋਂ 'ਚ ਮਿਹਨਤ ਕੋਈ ਨਹੀਂ ਇਹਦੀ। ਭਾਈ ਅਰਸ਼ਦ, ਇਹਦਾ ਇਸਤੇਮਾਲ ਕਿੰਨਾ ਕਾ ਪਾਕਿਸਤਾਨ 'ਚ? ਇਹ ਭਾਈ ਜੀ ਕੋਈ ਵੀ ਆਇਲ ਵਾਲੀ ਫਸਲ ਆ ਨਾ, ਆਇਲ ਤੋਂ ਬਗੈਰ ਸਮਝੋ ਕਿ ਕੋਈ ਵੀ ਤੁਹਾਡਾ ਖਾਣਾ ਨਿਜ਼ਾਮ ਜਿਹੜਾ ਸਹੀ ਗੱਲ ਹੈ। ਬਿਲਕੁਲ ਨੂੰ ਤੇਲ ਲਾਉਣ ਵਾਸਤੇ ਇਸ ਆਇਲ ਦੀ ਜ਼ਰੂਰਤ ਆ। ਬਿਲਕੁਲ ਜੀ, ਜਿਹੜਾ ਹਰ ਬੰਦਾ ਹੀ ਤਕਰੀਬਨ ਲਾਉਂਦਾ। ਹਰ ਬੰਦਾ ਹੀ ਲਾਉਂਦਾ ਤੇ ਨਹਾਉਣ ਤੋਂ ਬਾਅਦ ਸ਼ੀਸ਼ੀ ਲੱਭਦੇ ਫਿਰਦੇ ਆ। ਸ਼ਹਿਰਾਂ ਦੇ ਵਿੱਚ ਖਾਲਸ ਸਰੋਂ ਦਾ ਤੇਲ ਲੋਕਾਂ ਨੂੰ ਮਿਲਦਾ ਨਹੀਂ ਮਿਲਦਾ। ਸਹੀ ਗੱਲ। ਇਹ ਕਿਉਂ ਨਹੀਂ ਮਿਲਦਾ? ਕਰਦੇ ਨੇ ਇਹ ਬਸ ਇਹ ਮਿਲਾਵਟ ਕਰਨ। ਕਸੂਰਵਾਰ ਤੁਹਾਨੂੰ ਠਹਿਰਾਉਂਦੇ ਨੇ। ਉਹ ਮਿਲਾਵਟ ਵਾਲੇ ਆਂਦੇ ਨੇ ਖਰੇ ਅਸਾਂ ਜੰਨਤ 'ਚ ਜਾਣਾ ਤਾਂ ਮਿਲਾਵਟ ਕਰ। ਨਹੀਂ, ਉਹ ਕਹਿੰਦੇ ਸ਼ਾਇਦ ਜ਼ਿਮੀਂਦਾਰ ਇਸ ਤਰ੍ਹਾਂ ਭੇਜਦੇ ਆ। ਇਹ ਦੱਸੋ ਨਾ ਜ਼ਰਾ। ਨਹੀਂ, ਜ਼ਿਮੀਂਦਾਰ ਪਿਓਰ ਫਸਲ ਦਿੰਦਾ ਆ। ਜ਼ਿਮੀਂਦਾਰ ਸਾਰਾ ਕਿਹੜਾ ਅਸਾਂ ਤੇਲ ਕਢਾ ਕੇ ਵੇਚ। ਸ਼ਹਿਰੀਆਂ ਨੂੰ ਦੱਸੋ ਨਾ, ਅਸੀਂ ਤਾਂ ਬਿਲਕੁਲ ਖਾਲਸ ਚੀਜ਼ ਭੇਜਨੇ ਆ। ਅਸਾਂ ਇਨਸ਼ਾਅੱਲਾ ਖਾਲਸ ਹੀ ਭੇਜਨੇ ਆ। ਅਸਾਂ ਜਾ ਵੇਚਣੀ ਆ ਤੇ ਅਸਾਂ ਸਰੋਂ ਕੱਢ ਕੇ ਵੇਚ ਦੇਣੀ। ਇਹ ਮਿਲਾਵਟ ਕੌਣ ਕਰਦਾ ਹੈ? ਮਿਲਾਵਟ ਜਿਹੜੇ ਸਰੋਂ ਦਾ ਤੇਲ ਕੱਢਦੇ ਨੇ ਉਹ ਕਰਦੇ ਨੇ ਜ਼ਿਮੀਂਦਾਰ ਦੀ ਖਾਲਸ ਫਸਲ ਨਹੀਂ ਲੈਣ ਡਿਆ। ਮਾਸ਼ਾਅੱਲਾ ਜੀ, ਇੱਧਰ ਸਾਡੇ ਚਾਚੂ ਜੀ ਵੀ ਖੜੇ ਆ। ਹਾਂਜੀ ਮਾਸ਼ਾਅੱਲਾ ਜੀ। ਅੱਛਾ ਭਾਈ ਅਰਸ਼ਦ, ਇਹ ਤਕਰੀਬਨ ਇੱਕ ਬੂਟੇ ਨੂੰ ਕਿੰਨੀਆਂ ਕੁ ਫਲੀਆਂ ਹੁੰਦੀਆਂ, ਅੰਦਾਜ਼ਾ ਕੀਤਾ ਕਦੀ? ਇੱਕ ਦਾਣੇ ਤੋਂ ਪੂਰਾ ਬੂਟਾ ਬਣਿਆ। ਇੱਕ ਦਾਣੇ। ਵਾਹ ਜੀ ਵਾਹ, ਮਾਸ਼ਾਅੱਲਾ। ਪੂਰਾ ਬੂਟਾ ਵੇਖੋ ਜੀ, ਅੱਲਾਹ ਪਾਕ ਦੀ ਸ਼ਾਨ ਹੈ ਨਾ। ਅੱਛਾ ਭਾਈ ਅਰਸ਼ਦ, ਜ਼ਿਮੀਂਦਾਰ ਪਰੇਸ਼ਾਨ ਸਭ ਤੋਂ ਜ਼ਿਆਦਾ ਕਦੋਂ ਹੁੰਦਾ, ਇਹ ਸਾਨੂੰ ਦੱਸੋ। ਜ਼ਿਮੀਂਦਾਰ ਪਰੇਸ਼ਾਨ ਸਭ ਤੋਂ ਜ਼ਿਆਦਾ ਉਦੋਂ ਹੁੰਦਾ ਜਦੋਂ ਉਹਨੇ ਫਸਲ ਬੀਜ ਲਈ, ਖਾਦ ਸਪਰੇ ਉਹਨੂੰ ਪੂਰੀ ਕਰ ਲਈ। ਹਾਂਜੀ। ਇੱਕ ਵਾਰੀ ਪਾਣੀ ਦੀ ਜ਼ਾਇਆ ਹੋ ਜੇ ਨਾ, ਜਿਹੜਾ ਟਾਈਮ ਦਾ ਪਾਣੀ ਹੈ ਉਹ ਨਾ ਮਿਲੇ, ਫਸਲ ਜਿਹੜੀ ਅੱਧੋ ਅੱਧ ਫਰਕ ਪਾ ਜਾਂਦੀ। ਸਹੀ ਗੱਲ ਹੈ ਜੀ। ਠੀਕ ਹੈ। ਉਹਦੀ ਵਜ੍ਹਾ ਤੋਂ ਜ਼ਿਮੀਂਦਾਰ ਪਰੇਸ਼ਾਨ ਹੁੰਦਾ। ਫਿਰ ਜਦੋਂ ਅਗਰ ਉਹਨੇ ਪਾਣੀ ਵੀ ਟਿਊਬਵੈਲ ਵਗੈਰਾ ਚਲਾ ਕੇ ਲਾ ਲਿਆ, ਖਰਚੇ ਵੀ ਪੂਰੇ ਕਰ ਲਏ, ਜਦੋਂ ਫਿਰ ਫਸਲ ਕੱਢ ਕੇ ਉਹ ਵੇਚਦਾ, ਉਦੋਂ ਦਾ ਰੇਟ ਨਾ ਮਿਲੇ, ਉਦੋਂ ਦਿਲ ਟੁੱਟ ਜਾਂਦਾ ਜੀ। ਜ਼ਿਮੀਂਦਾਰ ਦਾ ਦਿਲ ਟੁੱਟ ਜਾਂਦਾ। ਦੇਖੋ ਨਾ, ਅਸਾਂ ਗੰਦਮ ਦੀ ਵਜ੍ਹਾ ਤੋਂ ਕਮਾਦ ਆ। ਹਾਂਜੀ। ਨਰਮੇ ਦਾ ਰੇਟ ਆ ਤੇ ਉਹ ਐਰਕਾਂ ਤਕਰੀਬਨ ਫਿਕਸ ਹੀ ਰਿਹਾ ਆ। ਉਹਨਾਂ ਨੇ 81, 8200, 8300, 7000, 7500 ਇੱਥੇ, ਯਾਨੀ ਕਿ ਜਿਵੇਂ ਇੱਕ ਫਿਕਸ ਮੈਚ ਕੀਤਾ ਹੁੰਦਾ ਨਾ, ਉਹ ਹਿਸਾਬ ਕਿ ਜ਼ਿਮੀਂਦਾਰ ਕਹਿ ਤੂੰ ਉੱਤੇ ਅਸਾਂ ਰੇਟ ਲੈਣਾ ਹੀ ਨਹੀਂ। ਅਖਰਾਜਾਤ ਬਹੁਤ ਨੇ, ਖਾਦ ਸਪਰੇ ਦਾ ਰੇਟ ਵਧਿਆ ਆ, ਘਟਿਆ ਨਹੀਂ। ਕਿਸੇ ਵੀ ਰੋਜ਼ਮਰਾ ਦੇ ਇਸਤੇਮਾਲ ਦੀ ਚੀਜ਼ ਦਾ ਰੇਟ ਘਟਿਆ ਹੀ ਨਹੀਂ, ਸਿਰਫ ਔਰ ਸਿਰਫ ਜ਼ਿਮੀਂਦਾਰ ਦੀ ਫਸਲ ਦਾ ਰੇਟ ਘਟਿਆ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਹੈ ਭਾਈ ਅਰਸ਼ਦ, ਮੈਂ ਵੇਖਿਆ ਵਾ ਜੀ।
ਉਨੀ ਤੁਸੀਂ ਆਪ ਜ਼ਿਮੀਂਦਾਰ ਭਾਈ ਜਿਹੜੀ ਆਪਣੀ ਯਾਨੀ ਕੇਅਰ ਨਹੀਂ ਜਾਣਦੀ ਨਹੀਂ ਹਿਫਾਜ਼ਤ ਕਰਦੇ ਜਿੰਨੀ ਆਪਣੀ ਫਸਲਾਂ ਨਾਲ ਲਗਾਓ ਆ। ਦੇਖੋ ਜੀ ਅਸਾਂ ਫਸਲਾਂ ਨਾਲ ਹੀ ਆਬਾਦ ਆ। ਬਿਲਕੁਲ ਜੀ ਸਹੀ ਗੱਲ ਹੈ। ਮੈਂ ਇੱਕ ਵਾਰੀ ਬੱਠਲ ਚੁੱਕ ਕੇ ਵੇਖਿਆ ਨਹੀਂ ਚੁੱਕਿਆ ਜਾਂਦਾ, ਇਸ ਤੋਂ ਫਿਰ ਫਸਲ ਹੀ ਕੋਸ਼ਿਸ਼ ਕਰ ਰਹੇ ਹਾਂ ਯਾਰ ਇਹ ਤੇ ਮਿਹਨਤ ਕਰ ਰਹੇ। ਠੀਕ ਹੋ ਗਿਆ ਭਾਈ ਅਰਸ਼ਦ, ਬੜੀ ਮਿਹਰਬਾਨੀ, ਸ਼ੁਕਰੀਆ। ਤੁਸੀਂ ਅੱਜ ਸਾਨੂੰ ਸਰੋਂ ਦੇ ਬਾਰੇ ਦੱਸਿਆ। ਸ਼ਬਾਜ਼ ਭਾਈ ਹੋਰ ਕੋਈ ਪੈਗਾਮ ਹੈਗਾ ਤੇ ਦੇ ਦਿਓ। ਕੋਈ ਨਹੀਂ ਜੀ, ਬਸ ਇਹੀ ਕਹੋ ਵੀ ਆਪਣੇ ਇਹ ਆ ਕਿ ਜ਼ਿਮੀਂਦਾਰ ਨੂੰ ਉਹਦੀ ਫਸਲ ਦਾ ਰੇਟ ਅੱਛਾ ਮਿਲ ਜੇ ਬਸ। ਸਹੀ ਗੱਲ ਹੈ ਜੀ। ਫਸਲ ਜ਼ਮੀਨ 'ਚ ਥੋੜੀ ਹੋਵੇ ਬਹੁਤੀ ਹੋਵੇ, ਰੇਟ ਅੱਛਾ ਹੋਵੇ ਬਸ। ਸਹੀ ਗੱਲ ਹੈ ਜੀ। ਫਿਰ ਤੁਸੀਂ ਖੁਸ਼? ਯਾਰ ਸਾਰੀ ਦੁਨੀਆ ਹੀ ਖੁਸ਼, ਜ਼ਿਮੀਂਦਾਰ ਖੁਸ਼ਹਾਲ ਤੇ ਪੂਰਾ ਪਾਕਿਸਤਾਨ। ਵਾਹ ਜੀ ਵਾਹ, ਮਾਸ਼ਾਅੱਲਾ ਜੀ। ਠੀਕ ਹੋ ਗਿਆ, ਸ਼ੁਕਰੀਆ ਭਾਈ। ਹੱਸਦੇ ਰਹੋ, ਵਸਦੇ ਰਹੋ। ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ। ਅੱਲਾ ਹਾਫਿਜ਼।